ਬਿਕਰਮ ਸਿੰਘ ਮਜੀਠੀਆ ਨੂੰ ਸ਼ੁਰੂ ਤੋਂ ਕਿਹਾ ਜਾਂਦਾ ਵੀ ਨਸ਼ੇ ਦੇ ਤਸਕਰ ਨੇ ਅਤੇ ਉਹ ਜਿਹੜਾ ਵਾ ਬਾਰ-ਬਾਰ ਜਿਵੇਂ ਕਿ ਅਸੀਂ ਦੇਖਦੇ ਵਿਧਾਨ ਸਭਾ 'ਚ ਬੜੀ ਇਸ ਚੀਜ਼ ਨੂੰ ਬਹਿਸ ਹੁੰਦੀ ਆ ਕਾਂਗਰਸੀਆਂ ਵਿੱਚ ਵੀ ਜਿਹੜੇ ਕਿ ਨਸ਼ੇ ਦੇ ਵੱਡੇ ਸੌਦਾਗਰ ਨੇ ਅਤੇ ਨਾਲ ਹੀ ਉਹਨੂੰ ਕਿਹਾ ਜਾਂਦਾ ਵੀ ਚਿੱਟੇ ਦੇ ਵਪਾਰੀ ਵੀ ਕਿਹਾ ਜਾਂਦਾ ਇਹਨਾਂ ਨੂੰ। 2011 ਦੇ ਵਿੱਚ ਬਲਾਰੀਆ ਸਾਹਿਬ ਦੀ ਹੋਈ ਸੀਗੀ ਦੂਜੀ ਮੈਰਿਜ, ਦੂਜੇ ਵਿਆਹ ਦੇ ਵਿੱਚ ਸੱਤਾ ਭੰਗੜਾ ਪਾ ਰਿਹਾ ਔਰ ਲੋਹੜੀ ਜਦੋਂ ਇਹਨਾਂ ਨੇ ਕੀਤੀ ਆ ਉੱਥੇ ਮੂੰਗਲੀਆਂ ਰੇੜੀਆਂ ਇੱਕ ਦੂਜੇ ਨੇ ਖਾ ਰਹੇ ਆ ਮੂੰਹ ਦੇ ਵਿੱਚ ਮੂੰਹ ਪਾ ਕੇ। ਐਕਸ ਆਰਮੀ ਕੈਪਟਨ ਰਹਿ ਚੁੱਕੇ ਨੇ, ਕੋਈ ਛੋਟੇ ਮੋਟੇ ਅਹੁਦੇ ਤੇ ਨਹੀਂ, ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ ਔਰ ਉਹਨਾਂ ਨੇ ਸਾਫ਼ ਕਰਤਾ ਵੀ ਇਹ ਕੇਸ ਮੈਂ ਰੀਡ ਕੀਤਾ, ਇਸ ਕੇਸ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਕੋਈ ਰੋਲ ਨਹੀਂ ਆ। ਨਵਜੋਤ ਸਿੰਘ ਸਿੱਧੂ ਦੇ ਘਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਵੀ ਅੱਧੀ ਕੋਠੀ ਉਹਨਾਂ ਦੀ ਨਸ਼ੇ ਕਰਦੀ ਆ। ਬਿਕਰਮ ਸਿੰਘ ਮਜੀਠੀਆ ਨੇ ਉਹ ਜਿਹੜੇ ਹੁਣ ਗਾਇਬ ਹੋ ਗਏ ਨੇ, ਉਹ ਕਿਤੇ ਵੀ ਜਿਹੜੇ ਦਿਖਾਈ ਨਹੀਂ ਦੇ ਰਹੇ। ਪੁਲਿਸ ਜਿਹੜੀ ਉਹਨਾਂ ਦੀ ਤਲਾਸ਼ ਕਰ ਰਹੀ ਆ। 16 ਜਿਹੜਾ ਟਿਕਾਣਿਆਂ ਤੇ ਉਹਨਾਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ। ਇਹਨਾਂ ਨੂੰ ਤੇ ਮਤਲਬ ਇਹਨਾਂ ਨੂੰ ਬਣਾ ਦਿਓ ਡੀਜੀਪੀ, ਇਹਨਾਂ ਨੂੰ ਲਾ ਦਿਓ ਏਜੀ, ਇਹਨਾਂ ਨੂੰ ਲਾ ਦਿਓ ਇੰਸਪੈਕਟਰ। ਉਹ ਜੀਰਾ ਜਿਹੜਾ 2 ਫੁੱਟ ਦਾ ਉਹਨੂੰ ਵੀ ਨਾਲ ਹਵਾਲਦਾਰ ਪਾ ਦੇਣ। ਮੈਂ ਹੁਣ ਕਹਿਣਾ ਕਿਸੇ ਦੇ ਪਰਸਨਲ ਅਟੈਕ ਨਹੀਂ ਕਰਨਾ ਚਾਹੀਦਾ। 40 ਗੋਲੀਆਂ ਮੈਡਮ ਰਾਤ ਜਿਹੜੀ ਉਹ ਖਾ ਕੇ ਸੌਂਦੀ ਆ ਡਿਪਰੈਸ਼ਨ ਦੀਆਂ। ਰਾਜੇ ਵੜਿੰਗ ਨੇ ਉਦੋਂ ਬਣਨਾ ਸੀਗਾ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਔਰ ਇਹਦੇ ਉੱਤੇ ਵਿਧਾਨ ਸਭਾ ਦੇ ਵਿੱਚ ਪਰਚਾ ਇੱਕ ਦਰਜ ਹੋਣ ਲੱਗਾ ਸੀਗਾ ਔਰ ਇਹ ਬੰਟੀ ਰਮਾਣਾ ਜੀ ਨੂੰ ਲੈ ਕੇ, ਰੋਜ਼ੀ ਬਰਗੰਦੀ ਜੀ ਨੂੰ ਲੈ ਕੇ, ਜਿਨ੍ਹਾਂ ਦੇ ਅੱਜ ਅਗੇਂਸਟ ਬੋਲਦਾ, ਉਹਨਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਪੈਰਾਂ ਦੇ ਵਿੱਚ ਇਹਨੇ ਆਪਣਾ ਸਿਰ ਰੱਖਤਾ ਸੀ ਵੀ ਬਾਦਲ ਸਾਹਿਬ ਮੈਨੂੰ ਮਾਫ ਕਰ ਦਿਓ, ਮੇਰੇ ਕੋਲ ਹੋ ਗਈ ਗਲਤੀ, ਗਾਹ ਨਹੀਂ ਹੁੰਦੀ। ਗਾੜੀ ਫੇਰ ਉਹੀ ਕੰਮ ਕਰਨ ਲੱਗ ਗਿਆ। ਦਿਨ ਰਹਿ ਗਏ 15, ਰਾਜਾ ਵੜਿੰਗ ਵੀ ਉੱਥੇ ਤੁਹਾਨੂੰ ਨਾ ਟਾਇਰ ਕੱਸਦਾ ਨਜ਼ਰ ਆਉਣਾ ਤੁਹਾਨੂੰ, ਆਹ ਜਿਹੜੇ ਬੱਸਾਂ ਦੇ ਜਿਹੜੀਆਂ ਅੱਜ ਬੱਸਾਂ ਰੋਕਦਾ ਫਿਰਦਾ ਹੈ। ਮਾਝਾ ਜ਼ੋਨ ਦੇ ਵਿੱਚ ਮਜੀਠੀਆ ਸਾਹਿਬ ਨੂੰ ਲਾਈਕ ਕਰਦੇ ਨੇ। ਇੱਕ ਪਾਸੇ ਕੋਈ ਸਟਾਰ ਲੱਗਾ ਹੋਵੇ, ਗੀਤਕਾਰ ਸਿੱਧੂ ਮੂਸੇ ਵਾਲਾ ਹੀ ਲੱਗਾ ਹੋਵੇ ਜਿਹੜਾ ਇਹਨਾਂ ਨੇ ਨਚਾਰ ਨਾਲ ਲੈਂਦੀ ਆ। ਕਾਂਗਰਸ ਦੇ ਰਾਜ ਦੇ ਵਿੱਚ ਹੀ ਗੋਲਡਨ ਟੈਂਪਲ ਦੇ ਵਿੱਚ ਸਾਡੇ ਹਰਮੰਦਰ ਸਾਹਿਬ ਦੇ ਵਿੱਚ ਜਿਨ੍ਹਾਂ ਨੂੰ ਪੂਰਾ ਯਾਨੀ ਕਿ ਵਰਲਡ ਮੰਨਦਾ, ਉੱਥੇ ਬੇਅਦਬੀਆਂ ਪੰਜਾਬ ਦੇ ਵਿੱਚ ਕਾਂਗਰਸ ਦੇ ਦੌਰ ਦੇ ਵਿੱਚ ਹੋ ਰਹੀਆਂ। ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਬਿਕਰਮ ਸਿੰਘ ਮਜੀਠੀਆ ਤੇ ਜਿਹੜਾ ਕਿ ਪਰਚਾ ਦਰਜ ਹੋ ਗਿਆ ਵਾ, ਐਫਆਈਆਰ ਦਰਜ ਹੋ ਗਈ ਆ NDPC ਐਕਟ ਦੀ, ਉਸ ਨੂੰ ਲੈ ਕੇ ਅਕਾਲੀ ਦਲ ਦੇ ਜਿਹੜੇ ਬੁਲਾਰੇ ਨੇ ਨੀਰਜ ਵਡਾਲਾ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਵੀ ਉਸ ਬਾਰੇ ਇਹਨਾਂ ਦੀ ਕੀ ਰਾਏ ਆ। ਵਡਾਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਇੱਕ ਐਫਆਈਆਰ ਦਰਜ ਹੋ ਗਈ ਆ? ਸਭ ਤੋਂ ਪਹਿਲਾਂ ਤੇ ਜੀ ਗਰੇਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਮੈਨੂੰ ਤੁਸੀਂ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਔਰ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਕੱਲ ਰਾਤ ਇਹਨਾਂ ਨੇ ਜਿਹੜੀ ਉਹ ਗੰਦੀ ਹਰਕਤ ਕਹਿ ਸਕਦਾ ਮੈਂ, ਜਿਹੜੀ ਇਹਨਾਂ ਨੇ ਨੀਚ ਹਰਕਤ ਕੀਤੀ ਆ ਬਿਕਰਮਜੀਤ ਸਿੰਘ ਮਜੀਠੀਆ ਜੀ ਦੇ ਉੱਤੇ ਪਰਚਾ ਦਰਜ ਕਰਕੇ। ਵੇਖੋ ਰਾਤ ਇਹਨਾਂ ਨੂੰ 2 ਵਜੇ ਸੁਪਨਾ ਆਇਆ ਵੀ ਬਿਕਰਮਜੀਤ ਸਿੰਘ ਮਜੀਠੀਆ ਜੀ ਉਸ ਡਰੱਗ ਸਕੈਂਡਲ ਦੇ ਵਿੱਚ ਹੈਗੇ ਔਰ 2 ਵਜੇ ਰਾਤ ਕਿਸੇ ਅਫਸਰ ਨੂੰ ਉਠਾਲ ਕੇ ਇਹਨਾਂ ਨੇ ਪਰਚਾ ਦਰਜ ਕਰਾਇਆ। ਪਤਾ ਨਹੀਂ ਮੈਨੂੰ ਵੀ ਕਿੰਨਾ ਕੁ ਉਸ ਅਫਸਰ ਨੂੰ ਪ੍ਰੈਸ਼ਰਾਈਜ਼ ਕੀਤਾ, ਕੀ ਉਹਨਾਂ ਨੂੰ ਧਮਕੀਆਂ ਦਿੱਤੀਆਂ, ਕਿਉਂਕਿ ਪਹਿਲੇ ਜਿਹੜੇ ਅਸਥਾਨਾ ਜੀ ਸੀਗੇ ਜਿਨ੍ਹਾਂ ਦੀ ਪਹਿਲਾਂ ਇਹਨਾਂ ਨੇ ਡਿਊਟੀ ਲਾਈ ਪਰਚਾ ਦਰਜ ਕਰਨ ਦੀ, ਔਰ ਉਹ ਆਪਣੀ ਚਿੱਠੀ ਦੇ ਵਿੱਚ ਸਾਫ਼ ਕਹਿ ਚੁੱਕੇ ਸੀਗੇ ਵੀ ਮੈਂ ਇਸ ਤਰ੍ਹਾਂ ਦੇ ਗਲਤ ਪਰਚੇ ਪ੍ਰੈਸ਼ਰਾਈਜ਼ ਕਰਕੇ ਸਿਸਟਮ ਦੇ ਹਿਸਾਬ ਨਾਲ ਮੈਨੂੰ ਕਹਿ ਰਿਹਾ ਔਰ ਉਹ ਆਪਣੀ ਮੈਡੀਕਲ ਲੀਵ ਤੱਕ ਲੈ ਗਏ। ਤੁਸੀਂ ਇੱਥੋਂ ਸਮਝ ਸਕਦੇ ਹੋ ਇੱਕ IPS ਅਧਿਕਾਰੀ ਜਿਹੜਾ ਉਹ ਆਪਣੀ ਜਿਹੜੀ ਨੌਕਰੀ ਨੂੰ ਵੀ ਨਾ ਜ਼ਰੂਰੀ ਸਮਝਦਾ, ਇਹ ਜ਼ਰੂਰੀ ਸਮਝਦਾ ਵੀ ਨੈਤਿਕਤਾ ਮੇਰੀ ਕੀ ਆ, ਮੇਰਾ ਇੱਕ ਲੋਕਤਾਂਤਰਿਕ ਪ੍ਰਕਿਰਿਆ ਕੀ ਆ, ਮੈਂ ਉਹਦੇ ਉੱਤੇ ਪਰਚਾ ਦਰਜ ਕਰਨਾ ਕਿ ਨਹੀਂ ਕਰਨਾ। ਉਹ ਆਪਣਾ ਜਿਹੜਾ ਉਹ ਸਾਫ਼ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਸਾਫ਼ ਕਰਤਾ ਵੀ ਮੈਂ ਇਹੋ ਜਿਹਾ ਪਰਚਾ ਦਰਜ ਨਹੀਂ ਕਰਨਾ। ਉਸ ਤੋਂ ਬਾਅਦ ਇਹਨਾਂ ਨੇ ਆਪਣਾ DGP ਚੇਂਜ ਕਰਕੇ ਜਿਹੜਾ ਸਿੱਧੂ ਸਾਹਿਬ ਦੀ ਮਨਸ਼ਾ ਸੀਗੀ, ਜਿਹੜੇ ਅਫਸਰ ਨੂੰ ਉਹ ਲਾਈਕ ਕਰਦੇ ਸੀਗੇ, ਜਿਹਦੇ ਨਾਲ ਉਹਨਾਂ ਦੀ ਕੋਈ ਸਾਂਝਗਾਠ ਸੀਗੀ ਲੈਣ ਦੇਣ ਦੀ, ਉਹ ਚੋਟੋ ਵਧਾਏ ਜੀ, ਮੈਨੂੰ ਚੱਜ ਨਾਲ ਨਾਂ ਨਹੀਂ ਲੈਣਾ ਆਉਣ ਡਿਆ, DGP ਪੰਜਾਬ ਕਹਿ ਦੂੰ ਮੈਂ, ਜਿਹੜੇ ਨਵੇਂ DGP ਬਣੇ ਨੇ। ਔਰ ਉਹਨਾਂ ਨੇ ਵੇਖੋ 3-4 ਦਿਨ ਹੋਏ ਆ DGP ਸਾਹਿਬ ਨੂੰ ਆਏ ਨੂੰ ਤੇ ਆ 5ਵੇਂ-6ਵੇਂ ਦਿਨ ਇਹਨਾਂ ਨੇ ਪਰਚਾ ਦਰਜ ਕਰਤਾ, ਕਿਉਂਕਿ ਲਿਆਂਦਾ ਹੀ ਉਹਨਾਂ ਨੂੰ ਇਸੇ ਮਨਸ਼ਾ ਦੇ ਨਾਲ ਹੀ ਵੀ ਤੁਸੀਂ ਇੱਕ ਬਹੁਤ ਵੱਡੇ ਲੀਡਰ ਤੇ ਜਿਹੜੇ ਮਾਝੇ ਦੇ ਜਰਨੈਲ ਅਸੀਂ ਜਿਹੜਾ ਉਹਨਾਂ ਨੂੰ ਮੰਨਦੇ ਆ, ਉਹਨਾਂ ਦੇ ਉੱਤੇ ਝੂਠਾ ਪਰਚਾ ਦਰਜ ਕਰਨਾ। ਔਰ ਇਹ ਆਪਣੀ ਗੰਦੀ ਸਿਆਸਤ ਦੇ ਵਿੱਚ ਕਾਮਯਾਬ ਹੋ ਗਏ ਆ। ਪਰ ਇਹ ਜਿਹੜੀ ਸਿਆਸਤ ਇਹਨਾਂ ਨੇ ਕੀਤੀ ਆ, ਇਹ ਸਿਆਸਤ ਜਿਹੜੀ ਆ UP ਬਿਹਾਰ ਦੇ ਵਿੱਚ ਚੱਲਦੀ ਸੀਗੀ, ਇਹ ਬਦਲੇ ਖੋਰੇ ਦੀ ਭਾਵਨਾ ਵਾਲੀ ਜਿਹੜੀ ਆ, ਇਹ ਇਹਨਾਂ ਨੇ ਇੱਥੇ ਲਾਗੂ ਕਰਕੇ ਆਪਣੇ ਆਪ ਨੂੰ ਬੜੇ ਵੱਡੇ ਜੰਜਾਲ 'ਚ ਫਸਾ ਲਿਆ। ਕਿਉਂਕਿ ਗਲਤ ਹੁੰਦਾ, ਸਹੀ ਹੁੰਦਾ। ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਨੇ ਭਾਜੀ ਚਾੜੀ ਆ
ਉਹ ਬੜੀ ਜਲਦੀ ਮੋੜ ਦਿਆਂਗੇ। ਬਿਕਰਮ ਸਿੰਘ ਮਜੀਠੀਆ ਨੂੰ ਸ਼ੁਰੂ ਤੋਂ ਕਿਹਾ ਜਾਂਦਾ ਵੀ ਨਸ਼ੇ ਦੇ ਤਸਕਰ ਨੇ ਅਤੇ ਉਹ ਜਿਹੜਾ ਵਾ ਬਾਰ-ਬਾਰ ਜਿਵੇਂ ਕਿ ਅਸੀਂ ਦੇਖਦੇ ਵਿਧਾਨ ਸਭਾ 'ਚ ਬੜੀ ਇਸ ਚੀਜ਼ ਨੂੰ ਬਹਿਸ ਹੁੰਦੀ ਆ ਕਾਂਗਰਸੀਆਂ ਵਿੱਚ ਵੀ ਇਹ ਜਿਹੜੇ ਨਸ਼ੇ ਦੇ ਵੱਡੇ ਸੁਦਾਗਰ ਨੇ ਅਤੇ ਨਾਲ ਹੀ ਉਹਨੂੰ ਕਿਹਾ ਜਾਂਦਾ ਵੀ ਚਿੱਟੇ ਦੇ ਵਪਾਰੀ ਵੀ ਕਿਹਾ ਜਾਂਦਾ ਇਹਨਾਂ ਨੂੰ, ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ ਦੱਸਦਾ ਵੀ ਚਿੱਟੇ ਦੇ ਵਪਾਰੀ ਦਾ ਜਿਹੜਾ ਦਾਗ ਲਾਉਣ ਵਾਲੇ ਬੰਦੇ ਆ ਨਾ ਉਹ ਇਹਨਾਂ ਦੇ ਵਿੱਚ ਨੇ। 2011 ਦੇ ਵਿੱਚ ਸੱਤਾ ਜਿਹਦਾ ਨਾਂ ਲੈਂਦੇ ਆ ਬਾਰ-ਬਾਰ, ਸੱਤਾ ਇੰਦਰਬੀਰ ਬਲਾਰੀਆ ਦੇ ਘਰ ਸੌਂਦਾ ਸੀਗਾ। ਉਦੋਂ ਬਲਾਰੀਆ ਹੀ ਦਿੰਦਾ ਸੀਗਾ ਉਹਨਾਂ ਨੂੰ ਆਪਣੀਆਂ ਜਿਹੜੀਆਂ ਅੱਗੇ ਪਾਇਲਟ ਲਾਉਣ ਵਾਲੀਆਂ ਗੱਡੀਆਂ, ਬਲਾਰੀਆ ਦਿੰਦਾ ਰਿਹਾ। ਔਰ ਉਦੋਂ 2011 ਦੇ ਵਿੱਚ ਬਲਾਰੀਆ ਸਾਹਿਬ ਦੀ ਹੋਈ ਸੀਗੀ ਦੂਜੀ ਮੈਰਿਜ, ਦੂਜੇ ਵਿਆਹ ਦੇ ਵਿੱਚ ਸੱਤਾ ਭੰਗੜਾ ਪਾ ਰਿਹਾ। ਔਰ ਲੋਹੜੀ ਜਦੋਂ ਇਹਨਾਂ ਨੇ ਕੀਤੀ ਆ ਉੱਥੇ ਮੂੰਗਫਲੀਆਂ ਰੇੜੀਆਂ ਇੱਕ ਦੂਜੇ ਨੇ ਖਾ ਰਹੇ ਆ ਮੂੰਹ ਦੇ ਵਿੱਚ ਮੂੰਹ ਪਾ ਕੇ। ਔਰ ਕਿਸ ਤਰ੍ਹਾਂ ਇਹ ਕਹਿ ਸਕਦੇ ਆ ਵੀ ਉਹ ਸੱਤੇ ਦੀ ਇਨਵੋਲਵਮੈਂਟ ਸਾਡੇ ਇੱਧਰ ਸੀਗੀ। ਔਰ ਨੰਬਰ 2, ਕਿਸੇ ਦੀ ਫੋਟੋ ਨਾਲ ਆ ਜਾਣਾ ਔਰ ਤੁਸੀਂ ਮੇਰੇ ਨਾਲ ਹੋ, ਮੇਰੀ ਜੇਬ 'ਚ ਤੁਹਾਨੂੰ ਪਤਾ ਹੀ ਨਹੀਂ ਕੀ ਆ, ਮੈਨੂੰ ਤੁਹਾਡੀ ਜੇਬ 'ਚ ਨਹੀਂ ਪਤਾ। ਇਸ ਤਰ੍ਹਾਂ ਆਪਾਂ ਲੋਕਾਂ ਦੇ ਨਾਲ ਫੋਟੋ ਆਈ ਦੇ ਉੱਤੇ ਇਹ ਨਹੀਂ ਕਹਿ ਸਕਦੇ ਵੀ ਫਲਾਣਾ ਬੰਦਾ ਇਹਦੇ ਨਾਲ ਇਨਵੋਲਵ ਆ। ਪਰ ਕਿਸ ਤਰ੍ਹਾਂ ਦੀ 2017 ਵਿੱਚ ਵੀ ਜਦੋਂ ਤੁਹਾਡੀ ਸਰਕਾਰ ਸੀ ਉਸ ਟਾਈਮ 'ਤੇ ਵੀ ਬੜਾ ਨਸ਼ੇ ਦਾ ਜਿਹੜਾ ਬੋਲਬਾਲਾ ਕਿਹਾ ਜਾਂਦਾ ਸੀ ਅਤੇ ਖਾਸ ਕਰ ਜਿਹੜੇ ਉਸ ਟਾਈਮ ਦੇ ਮੁੱਖ ਮੰਤਰੀ ਜੋ ਬਣਨਾ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਵੀ ਗੁਰੂ ਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਵੀ ਮੇਰੀ ਸਰਕਾਰ ਲਿਆਓ, ਮੈਂ ਸਭ ਤੋਂ ਪਹਿਲਾਂ ਵਾ ਨਸ਼ੇ ਦੇ ਸੁਦਾਗਰਾਂ ਨੂੰ ਜਿਹੜਾ ਵਾ ਉਹ ਜੇਲ੍ਹ ਸੁੱਟਾਂਗਾ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਬਿਲਕੁਲ ਉਹਨਾਂ ਨੇ ਸਹੀ ਕਿਹਾ ਸੀ ਵੀ ਮੈਂ ਜਿਹੜਾ ਉਹ ਮੇਰੀ ਸਰਕਾਰ ਆਉਣ ਦੋ ਮੈਂ ਨਸ਼ੇ ਦੇ ਸੁਦਾਗਰਾਂ ਨੂੰ ਅੰਦਰ ਪਾਵਾਂਗਾ ਜੇਲ੍ਹਾਂ ਦੇ। ਪਰ ਉਹਨਾਂ ਨੇ ਬਿਲਕੁਲ ਸਹੀ ਕਿਹਾ, 43,000 ਪਰਚਾ NDPS ਦਾ ਦਰਜ ਕਰਵਾਇਆ ਕੈਪਟਨ ਸਾਹਿਬ ਨੇ। ਔਰ ਕੱਲ ਜਦੋਂ ਉਹਨਾਂ ਨੂੰ ਮਜੀਠੀਆ ਸਾਹਿਬ ਦੇ ਪਰਚੇ ਦਾ ਪਤਾ ਲੱਗਾ, ਉਹਨਾਂ ਨੇ ਸਾਫ਼ ਕਹਿ ਦਿੱਤਾ ਵੀ ਮੈਂ ਇਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਸਟੱਡੀ ਕੀਤੀ ਆ, ਐਕਸ ਆਰਮੀ ਕੈਪਟਨ ਰਹਿ ਚੁੱਕੇ ਨੇ, ਕੋਈ ਛੋਟੇ ਮੋਟੇ ਅਹੁਦੇ ਤੇ ਨਹੀਂ, ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ। ਔਰ ਉਹਨਾਂ ਨੇ ਸਾਫ਼ ਕਰਤਾ ਵੀ ਇਹ ਕੇਸ ਮੈਂ ਰੀਡ ਕੀਤਾ, ਇਸ ਕੇਸ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਕੋਈ ਰੋਲ ਨਹੀਂ ਆ, ਸਿਰਫ ਤੇ ਸਿਰਫ ਇਹਦੇ ਨਾਂ ਤੇ ਸਿਆਸਤ ਕੀਤੀ ਜਾਣ ਦੀ ਆ। ਕਿਉਂਕਿ ਮਾਝੇ ਦੇ ਵਿੱਚ ਇਹਨਾਂ ਨੂੰ ਕੋਈ ਵੀ ਸੀਟ ਇਹਨਾਂ ਨੂੰ ਆਪਣੀ ਜਿਹੜੀ ਉਹ ਲੱਭਦੀ ਨਜ਼ਰ ਨਹੀਂ ਆ ਰਹੀ। ਔਰ ਬਿਕਰਮਜੀਤ ਸਿੰਘ ਮਜੀਠੀਆ ਜੀ ਦਾ ਯੂਥ ਦੇ ਉੱਤੇ ਇੰਨਾ ਕੁ ਵੱਡਾ ਪ੍ਰਭਾਵ ਆ, ਇਹਨਾਂ ਨੂੰ ਡਰ ਆ ਕਿ ਜੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਿਸੇ ਗਲਤ ਕੇਸ ਦੇ ਵਿੱਚ ਗਲਤ ਚੱਕਰ 'ਚ ਨਾ ਪਾਇਆ ਤੇ ਸਾਨੂੰ ਇੱਕ ਵੀ ਸੀਟ ਜਿਹੜੀ ਆ ਮਾਝੇ ਜ਼ੋਨ ਦੇ ਵਿੱਚੋਂ ਨਹੀਂ ਲੱਭਣੀ। ਬਟਾਲਾ ਸਾਹਿਬ ਕੀ ਕਹਿੰਦੇ ਹੋ? ਕਾਂਗਰਸ ਜਿਹੜੇ ਨੇ ਉਹ ਐਸੇ ਕਹਿੰਦੇ ਨੇ ਵੀ ਜਿਹੜੇ ਕਿ ਸਾਬਕਾ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਜਿਹੜੇ ਕਿ ਚਾਚਾ ਭਤੀਜਾ ਕਿਹਾ ਜਾਂਦਾ ਸੀ, ਇਸ ਕਰਕੇ ਜਿਹੜਾ ਉਹਨਾਂ ਕਿਹਾ ਵੀ ਉਹਨਾਂ ਨੂੰ ਅਕਾਲੀ ਜਿਹੜੀ ਕਾਂਗਰਸ ਸਰਕਾਰ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹਨਾਂ ਨੇ ਜਿਹੜੇ ਵਾਅਦੇ ਲੋਕਾਂ ਨੇ ਕੀਤੇ ਸੀ ਵੀ ਨਸ਼ੇ ਦੇ ਸੁਦਾਗਰ ਨੂੰ ਜਿਹੜਾ ਵਾ ਸਜ਼ਾ ਦਿੱਤੀ ਜਾਊਗੀ, ਪਰ ਕਿਤੇ ਕਿਤੇ ਜਿਹੜਾ ਰਿਸ਼ਤੇ ਨਿਭਾਈ ਗਈ ਆ 75-25 ਦਾ ਮੈਚ ਖੇਡਿਆ ਗਿਆ ਸੀ, ਇਸ ਕਰਕੇ ਜਿਹੜੀ ਉਹਨਾਂ ਨੂੰ ਕੈਪਟਨ ਜਿਹੜੀ ਕੁਰਸੀ ਖੁੱਲ ਗਈ ਹੈ। ਭਾਜੀ ਚਾਚਾ ਜੇ ਜਿਹਨੂੰ ਤੁਸੀਂ ਚਾਚਾ ਕਹਿ ਰਹੇ ਹੋ, ਜੇ ਚਾਚਾ ਅਕਾਲੀ ਦਲ ਨਾਲ ਰਲਿਆ ਹੁੰਦਾ ਤੇ ਪਾਰਟੀ ਨੇ ਜਦੋਂ ਉਹਨੂੰ ਕੱਢ ਕੇ ਬਾਹਰ ਮਾਰਿਆ ਔਰ ਫਿਰ ਸਾਡੀ ਪਾਰਟੀ 'ਚ ਆਉਣਾ ਚਾਹੀਦਾ ਜੇ ਸਾਡੀ ਕੋਈ ਚਾਚੇ ਵਾਲੀ ਸਾਂਝ ਸੀਗੀ। ਇਹ ਸਾਰੀ ਇਹਨਾਂ ਦੀ ਮੈਨੂਪਲੇਸ਼ਨ ਆ। ਔਰ ਨਵਜੋਤ ਸਿੰਘ ਸਿੱਧੂ ਦੇ ਘਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਵੀ ਅੱਧੀ ਕੋਠੀ ਉਹਨਾਂ ਦੀ ਨਸ਼ੇ ਕਰਦੀ ਆ। ਔਰ ਪਿੱਛੇ ਜੇ ਇੱਕ ਮੁੰਡੇ ਦੀ ਇਹਨਾਂ ਦਾ ਜਿਹੜਾ PA ਸੀਗਾ ਉਹਦੀ ਡੈਥ ਹੋ ਗਈ ਹੈ, ਮਨੀ ਸ਼ਰਮਾ, ਉਹਦੀ ਨੈਚੁਰਲ ਡੈਥ ਨਹੀਂ ਸੀਗੀ, ਉਹ ਬੰਦਾ ਸਮੈਕ ਪੀਂਦਾ ਸੀਗਾ। ਇਹਨਾਂ ਦੀ ਸਾਰੀ ਕੋਠੀ ਨੂੰ ਇਹਨਾਂ ਦੇ ਸਾਰੇ ਵਰਕਰਾਂ ਨੂੰ ਪਤਾ, ਅੱਧੀ ਕੋਠੀ ਤੇ ਇਹਨਾਂ ਦੀ ਆਪ ਨਸ਼ੇ ਨਾਲ ਰੱਜੀ ਰਹਿੰਦੀ। ਔਰ ਨਸ਼ੇ ਦਾ ਸੁਦਾਗਰ ਇਹ ਸਾਡੇ ਮਾਝਾ ਜ਼ੋਨ ਦੇ ਜਿਹੜੇ ਆ ਜਰਨੈਲ ਨੇ ਉਹਨਾਂ ਨੂੰ ਕਹਿ ਰਹੇ ਨੇ। ਕਿਸ ਤਰ੍ਹਾਂ ਦੇਖਦੇ ਹੋ 49 ਜਿਹੜੀ ਆ ਪੰਨਿਆਂ ਦੀ ਜਿਹੜੀ FIR ਦਰਜ ਹੋਈ ਆ, ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਲੈ ਕੇ? ਅਤੇ ਬਾਰ-ਬਾਰ ਕਿਹਾ ਜਾਂਦਾ ਵੀ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਉਹ ਜਿਹੜੇ ਹੁਣ ਗਾਇਬ ਹੋ ਗਏ ਨੇ, ਉਹ ਕਿਤੇ ਵੀ ਜਿਹੜੇ ਦਿਖਾਈ ਨਹੀਂ ਦੇ ਰਹੇ, ਪੁਲਿਸ ਜਿਹੜੀ ਉਹਨਾਂ ਦੀ ਤਲਾਸ਼ ਕਰ ਰਹੀ ਆ। 16 ਜਿਹੜਾ ਟਿਕਾਣਿਆਂ ਤੇ ਉਹਨਾਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ, ਤੁਸੀਂ ਕਿਸ ਤਰ੍ਹਾਂ ਦੇਖਦੇ ਜੀ? ਵੇਖੋ ਜੀ, ਮਜੀਠੀਆ ਸਾਹਿਬ ਦੇ ਨਾਲ ਵੀ PSO ਪੰਜਾਬ ਪੁਲਿਸ ਹੀ ਲੱਗੀ ਆ। ਔਰ ਮਜੀਠੀਆ ਸਾਹਿਬ ਦੇ ਜਦੋਂ ਇਹਨਾਂ ਦੇ ਪੁਲਿਸ ਕੰਟਰੋਲ ਦੇ ਵਿੱਚ ਆ ਔਰ ਉਹਨਾਂ ਨੂੰ ਦੱਸ ਨਹੀਂ ਸਕਦੀ। ਮਜੀਠੀਆ ਸਾਹਿਬ ਤੇ ਕੱਲ ਵੀ ਸਾਡੇ ਨਾਲ ਹਲਕੇ ਦੇ ਵਿੱਚ ਸੀਗੇ, ਹਲਕਾ ਮਜੀਠੇ ਦੇ ਵਿੱਚ। ਇਹਨਾਂ ਨੂੰ ਲੱਭਣਾ ਤੇ ਮੈਂ ਤੁਹਾਨੂੰ ਨੰਬਰ ਦੇ ਦੇਣਾ ਉਹਨਾਂ ਦਾ, ਇਹਨਾਂ ਨੂੰ ਫੋਨ ਲਾ ਕੇ ਉਹਨਾਂ ਨੂੰ ਫੜ ਲਓ। ਪਰ ਬਟਾਲਾ ਸਾਹਿਬ ਵੀ ਕਿਹਾ ਜਾਂਦਾ ਵੀ ਜਿਹੜੇ ਕਿ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਜਿਹੜੀ ਪਰਸਨਲ ਸਿਕਿਉਰਿਟੀ ਜਿਹੜੀ ਛੱਡ ਕੇ ਉਹ ਵੀ ਜਿਹੜੀ ਚਲ ਗਏ ਨੇ। ਬਿਲਕੁਲ ਨਹੀਂ ਜੀ, ਸਿਕਿਉਰਿਟੀ ਨਾਲ ਆ, ਜਿਹੜੇ ਉਹਨਾਂ ਦੇ PA ਸੀਗੇ ਉਹ ਵੀ ਨਾਲ ਆ। ਮੇਰੀ ਅੱਜ ਗੱਲ ਹੋਈ ਆ, ਇਹੋ ਜਿਹਾ ਕੋਈ ਨਹੀਂ, ਸਿਰਫ ਰੌਲਾ ਪਾ ਕੇ ਚੀਜ਼ਾਂ ਦਿਖਾਉਣਾ ਚਾਹੁੰਦੇ ਨੇ ਵੀ ਲੈ ਵੀ ਅਕਾਲੀ ਦਲ ਭੱਜ ਗਈ। ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਔਰ ਲੋਕ ਬੜੇ ਸਿਆਣੇ ਨੇ, ਅਕਾਲੀ ਦਲ ਨੂੰ ਸਪੋਰਟ ਕਰਨ ਵਾਸਤੇ ਔਰ ਇਹਨਾਂ ਨੂੰ ਡਿਕਰੀਜ਼ ਕਰਨ ਵਾਸਤੇ ਲੋਕ ਲਾਹਨਤਾਂ ਪਾ ਰਹੇ ਨੇ। ਕੱਲ ਦਾ ਵਾਇਰਲ ਹੋਣ ਦੀਆਂ ਇੰਨੀਆਂ ਚੀਜ਼ਾਂ ਵੀ ਇਹੋ ਜਿਹੀ ਸਿਆਸਤ ਜਿਹੜੀ ਆ ਨਹੀਂ ਕਰਨੀ ਚਾਹੀਦੀ। ਜਦੋਂ ਤੁਹਾਡੇ ਕੋਲ ਮੁਕਾਬਲਾ ਅਕਾਲੀ ਦਲ ਦਾ ਨਹੀਂ ਹੋ ਪਾ ਰਿਹਾ ਤਾਂ ਤੁਸੀਂ ਵੈਸੇ ਬਾਹਾਂ ਖੜੀਆਂ ਕਰ ਦਿਓ। ਔਰ ਐਸੇ ਹਫਤੇ ਇਹਨਾਂ ਦੇ ਚੰਗੇ ਲੀਡਰ ਜਿਹੜੇ ਆ ਨਾ ਉਹ ਦੂਜੀਆਂ ਪਾਰਟੀਆਂ 'ਚ ਜਾਣ ਵਾਲੇ ਨੇ। ਮੈਂ ਬਹੁਤ ਜਲਦੀ ਅਜੇ ਡਿਸਕਲੋਜ਼ ਨਹੀਂ ਕਰਨਾ ਔਰ ਬੜੀ ਜਲਦੀ ਐਸੇ ਹਫਤੇ ਇਹਨਾਂ ਨੂੰ ਰਿਜ਼ਲਟ ਮਿਲ ਜਾਏਗਾ ਵੀ ਇਹ ਕਿੱਥੇ ਸਟੈਂਡ ਕਰਦੇ ਨੇ। ਪਰ ਕਿਸ ਤਰ੍ਹਾਂ ਦੇ ਦਿਓ, ਸਿੱਧੂ ਸਾਹਿਬ ਕਹਿ ਰਹੇ ਨੇ ਵੀ 6 ਸਾਲ ਪਹਿਲਾਂ ਜਿਹੜਾ ਮੁਕੱਦਮਾ ਦਰਜ ਹੋ ਜਾਣਾ ਚਾਹੀਦਾ ਸੀ, ਪਰ ਹੁਣ ਜੇ ਆਇਆ ਵਧੀਆ ਹੋ ਗਿਆ ਵਾ। ਉਹਨਾਂ ਕਿਹਾ ਜਿਹੜੇ ਅਫਸਰ ਲਾਏ ਨੇ ਬੜੇ ਇਮਾਨਦਾਰ ਆਪਣੀ ਡਿਊਟੀ ਨਿਭਾ ਰਹੇ ਨੇ। ਮਤਲਬ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ
5-6 ਸਾਲ ਅਫਸਰ ਹੀ ਕੋਈ ਨਹੀਂ ਇਮਾਨਦਾਰ। ਇਹਨਾਂ ਨੇ ਤੇ ਅਫਸਰਾਂ ਦੇ ਉੱਤੇ ਵੀ ਜਾਨੀ ਕਿ ਸਵਾਲ ਚੁੱਕਦੇ ਨੇ ਵੀ IPS ਅਫਸਰ ਇੱਕ ਬੇਈਮਾਨ ਹੋ ਗਏ ਨੇ। ਇਹਨਾਂ ਨੂੰ ਤੇ ਮਤਲਬ ਇਹਨਾਂ ਨੂੰ ਬਣਾ ਦਿਓ DGP, ਇਹਨਾਂ ਨੂੰ ਲਾ ਦਿਓ AG, ਇਹਨਾਂ ਨੂੰ ਲਾ ਦਿਓ ਇੰਸਪੈਕਟਰ। ਉਹ ਜੀਰਾ ਜਿਹੜਾ 2 ਫੁੱਟ ਦਾ ਉਹਨੂੰ ਵੀ ਨਾਲ ਹਵਾਲਦਾਰ ਪਾ ਦੇਣ। ਬਿਲਕੁਲ ਤੁਸੀਂ ਗੱਲ ਕਰ ਰਹੇ ਹੋ ਜੀਰਾ ਸਾਹਿਬ ਵੀ ਕਹਿ ਰਹੇ ਨੇ ਵੀ 2 ਫੁੱਟ ਦਾ ਜਿਹਨੂੰ ਕਿਹਾ ਸੀ ਜੀਰੇ ਨੂੰ, ਅੱਜ ਉਹ 2 ਫੁੱਟ ਦਾ ਜਿਹੜਾ ਵਾ ਉਹ ਸਾਹਮਣੇ ਦਿਖਾਈ ਦੇ ਰਿਹਾ, ਅਤੇ ਜਿਹੜਾ 6 ਫੁੱਟ ਦਾ ਲੰਬਾ ਸੀ ਉਹ ਅੱਜ ਦਿਖਾਈ ਨਹੀਂ ਦੇ ਰਿਹਾ। ਕਿੱਥੇ ਗਿਆ ਬਿਕਰਮ ਸਿੰਘ ਮਜੀਠੀਆ? ਮੈਂ ਉਹੀ ਦੱਸਣ ਲੱਗਾ ਜੀ, ਇਹ 2 ਫੁੱਟ ਵਾਲੇ ਦੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ। ਇਹ ਮੈਂ ਤੁਹਾਨੂੰ ਪੰਜਾਬੀ 'ਚ ਦੱਸ ਦਿੰਦਾ, ਇਹਦੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ। ਇਹਨੂੰ ਪਤਾ ਨਹੀਂ ਲੱਗਣ ਡਿਆ ਵੀ ਮੈਂ ਕਿਹੜੀ ਵਿਰੋਧਤਾ ਔਰ ਕਿਹੜੇ ਝਗੜੇ ਝਮੇਲੇ 'ਚ ਪੈ ਗਿਆ। ਇਹ ਜੀਰੇ ਦੇ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਜਾਂ ਉਹਨਾਂ ਦੇ ਨਾਲ ਫਾਹ ਲੈ ਸਕਦਾ। ਸਾਡੇ ਮਾਝੇ ਵਾਲਿਆਂ ਦੇ ਨਾਲ ਫਾਹ ਇਹਦੇ ਕੋਲ ਲਿਆ ਨਹੀਂ ਜਾਣਾ। ਪਰ ਕਿਸ ਤਰ੍ਹਾਂ ਦੇ ਦੋ ਸਿੱਧੂ ਸਾਹਿਬ ਕਹਿੰਦੇ ਨੇ ਵੀ ਮਾਵਾਂ ਦੇ ਪੁੱਤ ਜਿਹੜੇ ਨੇ ਚਿੱਟੇ ਦੇ ਨਸ਼ੇ ਵਿੱਚ ਚਲ ਗਏ ਸੀ, ਭੈਣਾਂ ਦੇ ਭਰਾ ਜਿਹੜੇ ਉਹ ਚਲ ਗਏ ਸੀ, ਅਤੇ ਨਸ਼ੇ ਦੀ ਜਿਹੜੀ ਦਲਦਲ ਜਿਹੜੀ ਆ ਉਹ ਖੇਡੀ ਗਈ ਸੀ। ਕਿਸ ਤਰ੍ਹਾਂ ਤੁਸੀਂ ਦੇ ਚਾਹੀਏ? ਇੱਕ ਮਾਂ ਦਾ ਪੁੱਤ ਤੇ ਇਹਨਾਂ ਦੀ ਕੋਠੀ ਸਮੈਕ ਪੀ ਕੇ ਤੇ ਘਰ ਜਾ ਕੇ ਮਰ ਗਿਆ, ਪਹਿਲਾਂ ਉਹਦਾ ਤੇ ਹਿਸਾਬ ਦੇ ਦੇਣ। ਅੱਧੀ ਕੋਠੀ ਇਹਨਾਂ ਦੀ ਨਸ਼ੇ ਤੇ ਲੱਗੀ ਹੋਈ ਆ। ਔਰ ਇਹ ਮੈਂ ਹੁਣ ਕਹਿਣਾ ਕਿਸੇ ਦੇ ਪਰਸਨਲ ਅਟੈਕ ਨਹੀਂ ਕਰਨਾ ਚਾਹੀਦਾ। 40 ਗੋਲੀਆਂ ਮੈਡਮ ਰਾਤ ਜਿਹੜੀ ਉਹ ਖਾ ਕੇ ਸੌਂਦੀ ਆ ਡਿਪਰੈਸ਼ਨ ਦੀਆਂ। ਕੁਛ ਤੁਹਾਡੇ ਸ਼ਿਕਾਰ ਨੇ, ਜਦੋਂ ਉੱਥੇ ਤੁਸੀਂ ਨਚਾਰਾ ਨਚਾਉਂਦੇ ਸੀਗੇ, ਪਹਿਲਾਂ ਉੱਥੇ ਨਚਾਰਾ ਨਚਾਈਆਂ ਇਹਨਾਂ ਨੇ, ਹੁਣ ਆਪ ਨਾਚੇ ਬਣ ਗਏ ਨੇ। ਜੋ ਇਹਨਾਂ ਨੇ ਕੂੜਾ ਕਰਕਟ ਇਕੱਠਾ ਕੀਤਾ, ਜੋ ਆ ਜਿਹੜਾ ਆਪਣਾ ਦੂਜਾ ਭਾਈ ਗਾਉਣ ਵਜਾਉਣ ਵਾਲਾ ਭਾਈਚਾਰਾ, ਉਹ ਸਿੱਧੂ ਮੂਸੇ ਵਾਲਾ, ਇੱਕ ਕ੍ਰਿਮੀਨਲ ਰਿਕਾਰਡ ਦਾ ਬੰਦਾ ਜਿਹਨੇ ਗੌਰਮੈਂਟ ਦੀ, ਪੰਜਾਬ ਪੁਲਿਸ ਦੀ AK-47 ਚਲਾ ਕੇ ਤੇ ਉਹਨੂੰ ਬਾਅਦ ਚੋਂ ਚੰਨੀ ਸਾਹਿਬ ਨੇ ਸਿਕਿਉਰ ਕਰਨ ਵਾਸਤੇ ਟੋਏ ਗਨ ਕਹਿ ਦਿੱਤਾ। ਔਰ ਉਹੋ ਜਿਹੇ ਬੰਦੇ ਕਾਂਗਰਸ 'ਚ ਭਰਤੀ ਹੋ ਰਹੇ ਨੇ। ਮੈਂ ਸਮਝਦਾ ਸਿੱਧੂ ਸਾਹਿਬ ਔਰ ਚੰਨੀ ਸਾਹਿਬ ਕਾਂਗਰਸ ਨੂੰ ਖਤਮ ਕਰਨ ਆਏ ਨੇ। ਲਗਭਗ ਖਤਮ ਕਰਤੀ ਇਹਨਾਂ ਨੇ, ਜਿਹੜੀ ਪੰਜਾਬ 'ਚ ਮਾੜੀ ਮੋਟੀ ਜਿੰਦੀ ਸੀਗੀ, ਬਾਕੀ ਰਹਿੰਦੀ ਵੀ ਖਤਮ ਕਰ ਦੇਣਗੇ। ਸਾਡਾ ਕੰਮ ਸੌਖਾ ਕਰਨ ਡੇ ਆ, ਪਰ ਜਿਹੜਾ ਆ ਸਾਡੇ ਨਾਲ ਪੇਚਾ ਪਾਇਆ ਇਹਨਾਂ ਨੇ ਬਹੁਤ ਗਲਤ ਪਾਇਆ। ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਰਿਜ਼ਲਟ ਮਿਲ ਜਾਏਗਾ। ਪਰ ਕਿਸ ਤਰ੍ਹਾਂ ਦੇ ਦਿਓ ਕਾਂਗਰਸ ਦੇ ਜਿਹੜੇ ਕਈ ਮੰਤਰੀ ਕਹਿ ਰਹੇ ਨੇ ਵੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਵੀ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਈ ਕੀਤੀ ਤੇ ਤੁਹਾਨੂੰ ਜਿਹੜੀਆਂ ਲੈਣੀਆਂ ਦੇਣੀਆਂ ਪੈ ਜਾਣਗੀਆਂ। ਕਿਸ ਤਰ੍ਹਾਂ ਦੀ ਦੇ ਦਿਓ? ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਜੇ ਇਸ ਤਰ੍ਹਾਂ ਦਾ ਕੁਛ ਹੈਗਾ, 4.5 ਸਾਲ ਪਹਿਲਾਂ ਹੀ ਪਰਚਾ ਦਰਜ ਹੋ ਜਾਣਾ ਚਾਹੀਦਾ ਹੈ। ਜੇ ਉਸ ਚਿੱਠੀ ਦੇ ਵਿੱਚ ਜਾਂ ਉਸ ਨਵੈਲਪ ਦੇ ਵਿੱਚ ਉਹ ਕੁਝ ਹੁੰਦਾ ਤੇ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੈਗਾ। ਸਿਰਫ ਲੋਕਾਂ ਨੂੰ ਔਰ ਆਪਣੇ ਜਿਹੜੇ ਪਰਸਨਲ ਇਹਨਾਂ ਦੇ ਵਰਕਰ ਨੇ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਔਰ ਵੋਟ ਬੈਂਕ ਲੈਣ ਦੇ ਚੱਕਰ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਨੂੰ। ਅਕਾਲੀ ਦਲ ਨੇ ਪਹਿਲਾਂ ਵੀ ਇਹੋ ਜਿਹੇ ਬੜੇ ਝੱਖੜ ਝੁੱਲੇ ਨੇ ਔਰ ਉਹਨਾਂ ਨੂੰ ਝੱਲਿਆ ਔਰ ਸਾਫ਼ ਪਾਕ ਹੋ ਕੇ ਉਹਦੇ ਵਿੱਚੋਂ ਬਾਹਰ ਆਏ ਨੇ। ਔਰ ਮੈਂ ਸਮਝਦਾ ਵੀ ਤੁਹਾਨੂੰ 10-12 ਦਿਨ ਦੇ ਵਿੱਚ ਵਧੀਆ ਰਿਜ਼ਲਟ ਮਿਲੇਗਾ। ਪਰ ਬਟਾਲਾ ਸਾਹਿਬ ਕਿਸ ਤਰ੍ਹਾਂ ਦੇ ਦਿਓ ਬਾਰ-ਬਾਰ ਜਿਹੜਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਉਂ ਇਸ ਤਰ੍ਹਾਂ, ਜੇਕਰ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਵਾ, ਬਾਰ-ਬਾਰ ਨਸ਼ੇ ਦੇ ਸੁਦਾਗਰ ਕਿਹਾ ਜਾਂਦਾ, ਕਦੀ ਚਿੱਟੇ ਦੇ ਵਪਾਰੀ ਕਿਹਾ ਜਾਂਦਾ। ਅਸੀਂ ਦੇਖਦੇ ਵਿਧਾਨ ਸਭਾ ਵਿੱਚ ਵੀ ਬੜੇ ਮੰਤਰੀਆਂ ਦੇ ਨਾਲ ਜਿਹੜੀ ਉਹਨਾਂ ਦੀ ਟੱਕਰ ਹੁੰਦੀ ਹੈ, ਬਹਿਸਬਾਜ਼ੀ ਹੁੰਦੀ ਆ। ਕਿਉਂ ਉਹਨਾਂ ਨੂੰ ਬਾਰ-ਬਾਰ ਜਿਹੜਾ ਇਸ ਤਰ੍ਹਾਂ ਨੂੰ ਕਿਉਂ ਅਟੈਕ ਕੀਤਾ ਜਾਂਦਾ ਵੀ ਨਸ਼ੇ ਸੁਦਾਗਰ ਕਿਉਂ ਕਿਹਾ ਜਾਂਦਾ ਅਤੇ ਚਿੱਟੇ ਵਪਾਰੀ ਕਿਉਂ ਉਹਨਾਂ ਨੂੰ ਬਾਰ-ਬਾਰ ਕਿਹਾ ਜਾਂਦਾ? ਵੇਖੋ ਗੱਲ ਨਹੀਂ ਸਮਝੇ, ਜਰਨੈਲ ਜਿਹਦੇ ਨਾਲ ਜਰਨੈਲ ਲੱਗ ਜੇ ਨਾ, ਸੈਨਾ ਸਾਰੀ ਉਹਦੇ ਪਿੱਛੇ ਹੁੰਦੀ। ਹਰ ਇੱਕ ਦੀ ਸੋਚ ਹੁੰਦੀ ਆ ਵੀ ਇਹ ਸੱਚਾ ਸੁੱਚਾ ਜਾਂ ਇਹਨਾਂ ਦਾ ਜਿਹੜਾ ਜਰਨੈਲ ਆ ਉਹ ਢਾਹ ਲਈਏ ਤੇ ਜਿਹੜੇ ਪਿੱਛੇ ਸਿਪਾਹੀ ਆ ਉਹਦੇ ਆਪੇ ਢਹਿ ਜਾਣੇ। ਸੋ ਕਹਿਣ ਦਾ ਮਤਲਬ ਇਹ ਆ, ਇਹ ਸਾਡੇ ਜਰਨੈਲ ਨੂੰ ਢਾਉਣ ਨੂੰ ਫਿਰਦੇ। ਉਹਦੇ ਕੋਲੋਂ ਤੇ ਮਾਣਹਾਨੀ ਦੇ ਚੱਕਰ ਦੇ ਵਿੱਚ ਕੇਜਰੀਵਾਲ ਵੀ ਮਾਫੀ ਮੰਗ ਕੇ ਗਿਆ ਸੀਗਾ। ਤੁਹਾਨੂੰ ਯਾਦ ਹੋਣਾ, ਤੁਸੀਂ ਉਦੋਂ ਇੰਟਰਵਿਊ ਵੀ ਕੀਤੀ ਸੀਗੀ, ਉਦੋਂ ਉਹ ਵੀ ਮਾਫੀ ਮੰਗ ਕੇ ਗਿਆ ਸੀਗਾ ਤੇ ਇਹਨਾਂ ਨੇ ਵੀ ਪੈਰਾਂ 'ਚ ਡਿੱਗਣਾ। ਪਰ ਕੀ ਕਹਿਣਾ ਚਾਹੋਗੇ ਜਦੋਂ ਮਾਫੀ ਮੰਗ ਗਏ ਸੀ, ਉਸ ਤੋਂ ਪਹਿਲਾਂ ਜਿਹੜੇ ਉਹਨੇ ਪੋਸਟਰ ਵੀ ਪੂਰੇ ਪੰਜਾਬ ਵਿੱਚ ਲਵਾ ਦਿੱਤੇ ਗਏ ਸੀ ਚਿੱਟੇ ਦੇ ਵਪਾਰੀ ਦੇ, ਦੇਖੇ ਚੀਜ਼ ਨੂੰ ਕਾਫੀ ਹਾਈਲਾਈਟ ਕੀਤਾ ਗਿਆ ਸੀ। ਰਾਤ ਨੂੰ ਕਿਸੇ ਵੀ ਬੰਦੇ ਦਾ ਨਾਂ ਲਿਖ ਕੇ ਫਲੈਕਸ ਬੋਰਡ ਵਾਲੇ ਨੂੰ ਪੈਸੇ ਦੇ ਕੇ ਤੁਸੀਂ ਲਵਾ ਸਕਦੇ ਹੋ। ਔਰ ਇਹਨਾਂ ਚੀਜ਼ਾਂ ਦੇ ਨਾਲ ਪ੍ਰੂਫ ਕੀ ਹੁੰਦਾ? ਸਭ ਤੋਂ ਪਹਿਲੀ ਸੋਚ ਇਹ ਆ ਵੀ ਇਸ ਗੱਲ ਦੇ ਨਾਲ ਪ੍ਰੂਫ ਕੀ ਹੁੰਦਾ। ਔਰ ਨੰਬਰ 2 ਮੈਂ ਪਿੱਛੇ ਜੇ ਮਾਫੀ ਦੀ ਗੱਲ ਦੱਸਣ ਲੱਗਾ, ਰਾਜੇ ਵੜਿੰਗ ਨੇ ਉਦੋਂ ਬਣਨਾ ਸੀਗਾ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ, ਔਰ ਇਹਦੇ ਉੱਤੇ ਵਿਧਾਨ ਸਭਾ ਦੇ ਵਿੱਚ ਪਰਚਾ ਇੱਕ ਦਰਜ ਹੋਣ ਲੱਗਾ ਸੀਗਾ। ਔਰ ਇਹ ਬੰਟੀ ਰਮਾਣਾ ਜੀ ਨੂੰ ਲੈ ਕੇ, ਰੋਜ਼ੀ ਬਰਗੰਦੀ ਜੀ ਨੂੰ ਲੈ ਕੇ, ਜਿਨ੍ਹਾਂ ਦੇ ਅੱਜ ਅਗੇਂਸਟ ਬੋਲਦਾ, ਉਹਨਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਪੈਰਾਂ ਦੇ ਵਿੱਚ ਇਹਨੇ ਆਪਣਾ ਸਿਰ ਰੱਖਤਾ ਸੀ ਵੀ ਬਾਦਲ ਸਾਹਿਬ ਮੈਨੂੰ ਮਾਫ ਕਰ ਦਿਓ, ਮੇਰੇ ਕੋਲ ਹੋ ਗਈ ਗਲਤੀ, ਗਾਹ ਨਹੀਂ ਹੁੰਦੀ। ਪਰ ਉਹ ਢੀਠ ਜ਼ਮਾਨੇ ਦਾ ਗਾੜੀ ਫੇਰ ਉਹੀ ਕੰਮ ਕਰਨ ਲੱਗ ਗਿਆ। ਦਿਨ ਰਹਿ ਗਏ 15, ਰਾਜਾ ਵੜਿੰਗ ਵੀ ਉੱਥੇ ਤੁਹਾਨੂੰ ਨਾ ਟਾਇਰ ਕੱਸਦਾ ਨਜ਼ਰ ਆਉਣਾ ਤੁਹਾਨੂੰ, ਆ ਜਿਹੜੇ ਬੱਸਾਂ ਦੇ ਜਿਹੜੀਆਂ ਅੱਜ ਬੱਸਾਂ ਰੋਕਦਾ ਫਿਰਦਾ ਹੈ। ਪਰ ਕਿਸ ਤਰ੍ਹਾਂ ਦੇ ਵਡਾਲਾ ਸਾਹਿਬ ਕੀ ਕਹਿਣਾ ਚਾਹੋਗੇ? ਰਾਜਨੀਤੀ ਅਸੀਂ ਦੇਖੀ ਆ, ਬੜੀ ਰਾਜਨੀਤੀਆਂ ਦੇਖੀਆਂ, ਕੀ ਲੱਗਦਾ ਇਸ ਤੇ ਰਾਜਨੀਤੀ ਹੁੰਦੀ ਆ ਵੀ ਜਿਸ ਤਰ੍ਹਾਂ ਇਹ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਾਂਗਰਸ ਤੇ ਵੀ ਜਿਹੜਾ ਪਰਚੇ ਦਰਜ ਜਿਹੜੇ ਕੀਤੇ ਗਏ ਨੇ, ਗਲਤ ਪਰਚੇ ਦਰਜ ਹੋਏ ਨੇ, ਕੀ ਕਹਿਣਾ ਚਾਹੋਗੇ ਇਸ ਤੇ? ਮੈਂ ਨਾ ਵੀ ਬਹੁਤ ਗੰਦੀ ਰਾਜਨੀਤੀ ਕਰਨ ਡੇ। ਇਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਦੀ ਸਿਆਸਤ ਦੇ ਇਤਿਹਾਸ 'ਚ ਕਦੀ ਨਹੀਂ ਹੋਈ।
ਜਿਹੜਾ ਇਹਨਾਂ ਨੇ ਪਹਿਲੀ ਵਾਰੀ ਭਾਜੀ ਪਾ ਛੱਡੀ ਆ। ਔਰ ਮੈਂ ਸਮਝਦਾ ਵੀ ਇਹਦੇ ਨਾਲ ਲੋਕੀ ਸਗੋਂ ਅਗਾਹ ਹੋ ਗਏ। ਇਹਨਾਂ ਨੇ ਆਮ ਜਨਤਾ ਨੂੰ ਰਾਜਨੀਤੀ ਦੇ ਵਿੱਚ ਆਉਣ ਤੋਂ ਰੋਕ ਦਿੱਤਾ। ਇਹ ਗੱਲ ਦਾ ਮੈਸੇਜ ਇਹ ਆ ਵੀ ਕੋਈ ਵੀ ਬੰਦਾ ਸਿਆਸਤ ਦੇ ਵਿੱਚ ਨਾ ਆਵੇ। ਅਸੀਂ ਇਸ ਤਰ੍ਹਾਂ ਦੀਆਂ ਗੰਦੀਆਂ ਰਾਜਨੀਤੀਆਂ ਕਰਕੇ ਰਾਤ ਸੁੱਤੇ ਪਿਆਂ ਬੰਦਿਆਂ ਦੇ ਉੱਤੇ ਪਰਚੇ ਦਰਜ ਕਰ ਦਿੰਦੇ ਹਾਂ। ਉਹ ਘਰ ਬੰਦਾ ਆਪਣੇ ਪਰਿਵਾਰ ਦੇ ਨਾਲ ਸੁੱਤਾ ਹੁੰਦਾ ਤੇ ਸਵੇਰੇ ਪਤਾ ਲੱਗਦਾ ਮੇਰੇ ਤੇ ਪਰਚਾ ਹੋ ਗਿਆ। ਏਡੀ ਵੱਡੀ ਪਾਵਰ ਸੀਗੀ ਬਿਕਰਮਜੀਤ ਸਿੰਘ ਮਜੀਠੀਆ ਜੀ, ਜਿਨ੍ਹਾਂ ਦੇ ਉੱਤੇ ਪਰਚਾ ਝੂਠਾ ਦਰਜ ਕਰਤਾ। ਮੇਰੇ ਵਰਗੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੀ ਸਿਕਿਉਰਿਟੀ ਹੈਗੀ ਆ ਵੀ ਪੰਜਾਬ ਸਰਕਾਰ ਵੋਟ ਲੈਣ ਦੇ ਚੱਕਰ 'ਚ ਆਪਣੇ ਜਿਹੜੇ ਅਰਾਈਵਲ ਨੇ, ਜਿਹੜੇ ਆਪਣੇ ਵਿਰੋਧੀ ਧਿਰ ਨੇ, ਉਹਨਾਂ ਨੂੰ ਥੱਲੇ ਸੁੱਟਣ ਕਰਕੇ ਏਡੀ ਗੰਦੀ ਰਾਜਨੀਤੀ ਕਰ ਸਕਦੀ। ਮੈਂ ਸਮਝਦਾ ਵੀ ਮੇਰੀ ਤਾਂ ਤੋਬਾ ਹੋ ਗਈ ਆ ਵੀ ਮਤਲਬ ਏਡੀ ਗੰਦੀ ਰਾਜਨੀਤੀ ਅਸੀਂ ਸਾਫ਼। ਸਾਹਿਬ ਕੀ ਕਹਿਣਾ ਚਾਹੋਗੇ ਸੀ ਇਹਦੇ ਵੀ ਜਿਹੜੇ ਕਾਂਗਰਸ ਦੇ ਕਈ ਮੰਤਰੀ ਨੇ ਉਹ ਵੀ ਕਹਿ ਰਹੇ ਨੇ ਵੀ ਜੇਕਰ ਬਿਕਰਮ ਸਿੰਘ ਮਜੀਠੀਆ ਸੱਚੇ ਨੇ, ਸਾਫ਼ ਦਾਗ ਨੇ, ਤੇ ਉਹ ਸਾਹਮਣੇ ਆਉਣ, ਆਪਣਾ ਜਿਹੜਾ ਪੱਖ ਦੇਣ ਵੀ ਵਾਕਈ ਜਿਹੜੇ ਉਹ ਨਸ਼ੇ ਸਦਾਗਰ ਜਾਂ ਨਹੀਂ ਨਾ, ਜਿਸ ਤਰ੍ਹਾਂ ਉਹਨਾਂ ਦੇ ਇਲਜ਼ਾਮ ਲੱਗ ਰਹੇ ਨੇ। ਪੱਖ ਜਿਹੜਾ 21-22 ਨੂੰ ਥੋੜ੍ਹਾ ਦੇਣਾ, 21-22 ਨੂੰ ਥੋੜ੍ਹਾ ਦੇਣਾ, ਆਪਾਂ ਕੋਰਟ 'ਚ ਦੇਵਾਂਗੇ। ਔਰ ਕੋਰਟ ਦੇ ਨਾਲ ਸਾਡੀ ਰੈਗੂਲਰ ਜਿਹੜੀ ਆ ਉਹ ਜੋ ਵੀ ਐਡਵਾਈਜ਼ਰ ਲੱਗੇ ਨੇ ਉਹ ਰੈਗੂਲਰ ਗੱਲ ਕਰ ਰਹੇ ਨੇ। ਹੁਣ ਤੁਸੀਂ ਇਸ ਗੱਲ ਨੂੰ 2-3 ਦਿਨ ਤੇ ਲੱਗਣਗੇ ਨਾ ਵੀ ਮਤਲਬ ਵੀ ਕਿਆ ਗੱਲ ਚੱਲਣ ਡਈ ਆ। ਇਹ ਮਤਲਬ ਗਰੇਵਾਲ ਸਾਹਿਬ ਤੁਸੀਂ ਸਮਝ ਲਓ ਵੀ ਜਿਹੜਾ ਸਿਸਟਮ ਚੱਲਣ ਡਿਆ ਨਾ ਇਹ ਇਤਿਹਾਸ ਦੇ ਵਿੱਚ ਕਦੀ ਨਹੀਂ ਹੋਇਆ। ਔਰ ਕਾਂਗਰਸ ਦੇ ਰਾਜ ਦੇ ਵਿੱਚ ਹੀ ਗੋਲਡਨ ਟੈਂਪਲ ਦੇ ਵਿੱਚ ਸਾਡੇ ਹਰਿਮੰਦਰ ਸਾਹਿਬ ਦੇ ਵਿੱਚ ਜਿਨ੍ਹਾਂ ਨੂੰ ਪੂਰਾ ਯਾਨੀ ਕਿ ਵਰਲਡ ਮੰਨਦਾ, ਉੱਥੇ ਬੇਅਦਬੀਆਂ ਪੰਜਾਬ ਦੇ ਵਿੱਚ ਕਾਂਗਰਸ ਦੇ ਦੌਰ ਦੇ ਵਿੱਚ ਹੋ ਰਹੀਆਂ। ਪਹਿਲਾਂ ਤੇ ਅਕਾਲੀ ਦਲ ਦਾ ਨਾਂ ਲਾਉਂਦੇ ਸੀਗੇ, ਹੁਣ ਦੱਸੋ ਮੈਨੂੰ ਵੀ ਇਹ ਬੇਅਦਬੀਆਂ ਕਿਹੜੀ ਸਰਕਾਰ 'ਚ ਹੋ ਰਹੀਆਂ? ਔਰ ਉਸ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੇ ਉੱਤੇ ਐਕਸ਼ਨ ਕੀ ਆ? ਵਡਾਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਕਾਂਗਰਸ ਵੀ ਕਹਿ ਰਹੇ ਨੇ ਵੀ 2017 'ਚ ਜਦੋਂ ਅਕਾਲੀ ਦਲ ਸਰਕਾਰ ਸੀ ਉਸ ਟਾਈਮ ਤੇ ਨਸ਼ਾ ਬਹੁਤ ਵੱਡੀ ਤਾਦਾਦ ਪਹੁੰਚਿਆ ਸੀ, ਚਿੱਟੇ ਦਾ ਜਿਹੜਾ ਸੀ ਉਸ ਟਾਈਮ ਜਨਮ ਹੋਇਆ ਸੀ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਦੇਖੋ ਇਹ ਸਾਡੇ ਹੀ ਲੋਕ ਸਾਨੂੰ ਬਦਨਾਮ ਕਰਨ ਤੇ ਤੁਲੇ ਨੇ, ਸਾਡੇ ਹੀ ਲੋਕ ਨੇ। ਐਰਕਾਂ ਸਾਡੇ ਯੂਥ ਨੇ ਪ੍ਰੂਫ ਕਰਤਾ ਵੀ ਦਿੱਲੀ ਵਾਲੇ ਮੋਰਚੇ ਦੇ ਵਿੱਚ ਜਿਹੜੇ ਬੰਦੇ ਕਹਿੰਦੇ ਸੀ ਵੀ ਚਿੱਟੇ 'ਚ ਜਿਹੜੀ ਉਹ ਯੂਥ ਸਾਡੀ ਰੁਲ ਗਈ ਆ, ਚਿੱਟੇ ਦੇ ਵਿੱਚ ਮਰ ਗਏ ਨੇ, ਉਸੇ ਯੂਥ ਨੇ ਅੱਜ ਦਿੱਲੀ ਦੇ ਬਾਰਡਰਾਂ ਦੇ ਉੱਤੇ ਧੌਣ 'ਚ ਕਿੱਲੇ ਵਾਲੀ ਸਰਕਾਰ ਦਾ ਕਿੱਲਾ ਕੱਢ ਕੇ ਆਏ ਨੇ। ਔਰ ਇਹ ਲੋਕਾਂ ਨੂੰ ਉਦੋਂ ਵੀ ਗੁੰਮਰਾਹ ਕਰਦੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਦੱਬਣ ਕਰਕੇ। ਕਿਸ ਤਰ੍ਹਾਂ ਦੇਖਦੇ ਵਡਾਲਾ ਸਾਹਿਬ ਵਿਰੋਧੀ ਧਿਰ ਤੇ ਵੀ ਕਹਿ ਰਹੇ ਨੇ ਵੀ ਮਜੀਠੀਆ ਜਿਹੜਾ ਵਾ ਉਹ ਦੱਬਿਆ ਗਿਆ ਵਾ, ਮਜੀਠੀਆ ਨੂੰ ਦਬਾ ਲਿਆ ਗਿਆ ਵਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ? ਮੈਂ ਨਾ ਚਲੋ ਮੈਂ ਰਿਐਲਿਟੀ ਬੋਲਣ ਲੱਗਾ। ਮੈਂ ਇੰਨੀ ਕਿਸੇ ਫਿਲਮ ਸਟਾਰ ਦੀ ਫੈਨ ਫੋਲੋਇੰਗ ਨਹੀਂ ਵੇਖੀ ਜਿੰਨੀ ਸਾਡੇ ਯੂਥ ਦੇ ਵਿੱਚ ਮਾਝਾ ਜ਼ੋਨ ਦੇ ਵਿੱਚ ਮਜੀਠੀਆ ਸਾਹਿਬ ਨੂੰ ਲਾਈਕ ਕਰਦੇ ਨੇ। ਇੱਕ ਪਾਸੇ ਕੋਈ ਸਟਾਰ ਲੱਗਾ ਹੋਵੇ, ਗੀਤਕਾਰ ਉਹ ਸਿੱਧੂ ਮੂਸੇ ਵਾਲਾ ਹੀ ਲੱਗਾ ਹੋਵੇ ਜਿਹੜਾ ਇਹਨਾਂ ਨੇ ਨਚਾਰ ਨਾਲ ਲੈਂਦੀ ਆ, ਔਰ ਦੂਜੇ ਪਾਸੇ ਮਜੀਠੀਆ ਸਾਹਿਬ ਹੋਣ ਤੇ ਰਸ਼ ਜਿਹੜਾ ਮਜੀਠੀਆ ਸਾਹਿਬ ਵਾਲੇ ਪਾਸੇ ਜਾਏਗਾ। ਔਰ ਤੁਸੀਂ ਇੱਕ ਮੈਨੂੰ ਗੱਲ ਯਾਦ ਆ ਗਈ ਵੀ ਤੁਸੀਂ ਗਾਣਾ ਸੁਣਿਆ ਹੋਣਾ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦਾ ਕਿੱਥੇ ਆ। ਮਤਲਬ ਇਹ ਦੱਬਿਆ ਨਹੀਂ ਜਾਣਾ ਜੱਟ, ਇਹ ਇਸ ਤਰ੍ਹਾਂ ਹੀ ਬੁੱਕਣਾ ਤੇ ਬੁੱਕਦਾ ਰਹੇਗਾ ਔਰ ਯੂਥ ਨੂੰ ਐਵੇਂ ਹੀ ਜਿਹੜੇ ਚੰਗੇ ਸੁਨੇਹੇ ਦਿੰਦੇ ਰਹੇਗੇ। ਕੀ ਲੱਗਦਾ ਵੀ ਵਡਾਲਾ ਸਾਹਿਬ ਮਜੀਠੀਆ ਸਾਹਿਬ ਪਰਚੇ ਤੋਂ ਬਾਅਦ ਹੋਰ ਉੱਭਰ ਕੇ ਸਾਹਮਣੇ ਆਉਣਗੇ, ਹੋਰ ਲੋਕਾਂ ਦੇ ਹਰਮਨ ਪਿਆਰੇ ਨੇਤਾ ਬਣਨਗੇ? ਵੇਖੋ ਗੱਲ ਨਹੀਂ ਸਮਝਦੇ ਤੁਸੀਂ, ਜਦੋਂ ਕਿਸੇ ਬੰਦੇ ਦੇ ਉੱਤੇ ਨਜਾਇਜ਼ ਭੀੜ ਬਣਾਉਂਦੇ ਆ ਤੇ ਉਹ ਜਦੋਂ ਬਾਹਰ ਆਉਂਦਾ ਜਨਤਾ ਦਾ ਸਮਰਥਨ ਜਿਹੜਾ ਉਹ 10 ਗੁਣਾ ਵੱਧ ਜਾਂਦਾ। ਮੈਂ ਸਮਝਦਾ ਜੋ ਪਰਮਾਤਮਾ ਕਰਦਾ ਚੰਗਾ ਕਰਦਾ। ਇਹ ਪਰਚਾ ਦਰਜ ਕਰਕੇ ਇਹਨਾਂ ਨੇ ਆਪਣੀ ਨੀਅਤ ਜਿਹੜੀ ਉਹ ਸਾਹਮਣੇ ਲੈਣ ਦੀ, ਆਪਣੀ ਜਿਹੜੀ ਉਹ ਮਾੜੀ ਸੋਚ ਸੀਗੀ ਲੋਕਾਂ ਦੇ ਪ੍ਰਤੀ ਵੀ ਆਮ ਲੋਕ ਜਿਹੜੇ ਉਹ ਰਾਜਨੀਤੀ ਦੇ ਵਿੱਚ ਆ ਨਾ ਸਕਣ, ਇੱਕ ਵੱਡੇ ਚਿਹਰੇ ਨੂੰ ਦੱਬ ਲਿਆ ਜਾਵੇ। ਔਰ ਬਾਕੀ ਲੋਕ ਤੇ ਵੈਸੇ ਹੀ ਟਿੰਬਰ ਜਾਣ ਵੀ ਭਰਾਵਾ ਇਹੋ ਜੀ ਰਾਜਨੀਤੀ ਨਹੀਂ ਅਸੀਂ ਕਰਨੀ ਜਿਹਦੇ ਵਿੱਚ ਮਜੀਠੀਆ ਸਾਹਿਬ ਵਰਗੇ ਚੰਗੇ ਬੰਦਿਆਂ ਨੂੰ ਦੱਬ ਲਿਆ ਔਰ ਪਿੱਛੇ ਰਹਿ ਕੀ ਗਿਆ। ਇਹ ਕਰਕੇ ਜਿਹੜਾ ਉਹ ਇਹਨਾਂ ਦੀ ਜਿਹੜੀ ਨੀਤੀ ਆ ਉਹ ਇਹ ਆਪਣੀ ਜਿਹੜੀ ਮਾੜੀ ਸੋਚ ਦੇ ਵਿੱਚ ਕਾਮਯਾਬ ਹੋ ਗਏ। ਮੈਂ ਇਹਨਾਂ ਨੂੰ ਵਧਾਈ ਦਿੰਦਾ ਇਹੋ ਜੀ ਗੰਦੀ ਰਾਜਨੀਤੀ ਵਾਸਤੇ। ਲਾਲ ਸਾਹਿਬ ਵਡਾਲਾ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਪਰਚਾ ਦਰਜ ਹੋਇਆ ਵਾ, ਇਸ ਦੇ ਨਾਲ ਅਕਾਲੀ ਦਲ 'ਤੇ ਕਿੰਨਾ ਕੁ ਪ੍ਰਭਾਵ ਪਊਗਾ, ਕਿੰਨਾ ਕੁ ਪ੍ਰੈਸ਼ਰ ਹੋਊਗੀ ਜੀ? ਅਕਾਲੀ ਦਲ ਹੋਰ ਇਹਨਾਂ ਨੇ ਅਲਰਟ ਕਰਤਾ ਵੀ ਸਾਨੂੰ ਬੜੀ ਸੰਜੀਦਗੀ ਦੇ ਨਾਲ ਇਲੈਕਸ਼ਨ ਲੜਨੀ ਪੈਣੀ ਆ ਔਰ ਬੜੀ ਸਮਝਦਾਰੀ ਦੇ ਨਾਲ ਲੜਨੀ ਪੈਣੀ ਆ। ਔਰ ਜਿਹੜਾ ਇਹਨਾਂ ਨੇ ਕੰਮ ਕੀਤਾ ਵਾ ਉਹ ਉਸ ਗੱਲ ਦੇ ਨਾਲ ਸਾਨੂੰ ਅਗਾਹ ਕਰਤਾ ਔਰ ਅਸੀਂ ਇਹ ਜਿਹੜੀ ਲੜਾਈ ਆ ਹੋਰ ਸਤਰਕ ਹੋ ਕੇ ਲੜਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ 2-4 ਦਿਨ ਦੇ ਵਿੱਚ ਫਿਰ ਆਪਾਂ ਇੰਟਰਵਿਊ ਕਰਾਂਗੇ ਔਰ ਤੁਹਾਨੂੰ ਜਵਾਬ ਪਤਾ ਲੱਗ ਜਾਏਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਅਸੀਂ ਨੀਰਜ ਵਡਾਲਾ ਜੀ ਜਿਹੜੇ ਕਿ ਅਕਾਲੀ ਦਲ ਦੇ ਬੁਲਾਰੇ ਨੇ, ਅੱਜ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਪਰਚਾ ਦਰਜ ਹੋਇਆ, ਐਫਆਈਆਰ ਦਰਜ ਹੋਈ ਆ, ਉਸ 'ਤੇ ਅੱਜ ਖੁੱਲ੍ਹ ਕੇ ਬੋਲੇ ਨੇ ਅਤੇ ਉਹਨਾਂ ਕਿਹਾ ਵੀ ਸਿਆਸਤ ਹੋ ਰਹੀ ਆ, ਰਾਜਨੀਤੀ ਗੰਦੀ ਹੋ ਗਈ ਆ ਅਤੇ ਉਹਨਾਂ ਕਿਹਾ ਵੀ ਇੱਕਦਮ ਜਿਹੜਾ ਵਾ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਪਰਚਾ ਦਰਜ ਕੀਤਾ ਗਿਆ ਵਾ, ਨਸ਼ੇ ਜਿਹੜਾ ਕੀਤਾ ਗਿਆ ਬਹੁਤ ਹੀ ਝੂਠਾ ਦਰਜ ਕੀਤਾ ਗਿਆ। ਹੁਣ ਦੇਖਣਾ ਹੋਵੇਗਾ ਵੀ ਕਿੰਨੀ ਕੁ ਜਲਦੀ ਬਿਕਰਮ ਸਿੰਘ ਮਜੀਠੀਆ ਲੋਕਾਂ ਸਾਹਮਣੇ ਆ ਕੇ ਆਪਣਾ ਜਿਹੜਾ ਪੱਖ ਦਿੰਦੇ ਨੇ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਗੇ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।